ਇਹ ਕਹਾਣੀ ਹੈ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੀ, ਜਿੱਥੇ ਰਹਿਣਾ ਕੈਦੀਆਂ ਲਈ ਮੌਤ ਦੇ ਸਮਾਨ ਸੀ। ਜੇਲ੍ਹ ਵਿੱਚ ਰਹਿਣ ਨਾਲੋਂ ਕੈਦੀ ਕਰ ਲੈਂਦੇ ਸਨ ਖੁਦਕੁਸ਼ੀ। ਇਸ ਜੇਲ੍ਹ ਤੋਂ ਭੱਜਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਸੀ। ਪਰ ਫਿਰ ਵੀ 4 ਕੈਦੀ ਜੇਲ੍ਹ ਤੋਂ ਫਰਾਰ ਹੋਏ। ਕਾਗਜ਼, ਚਮਚ ਅਤੇ ਕੱਟੇ ਹੋਏ ਵਾਲਾਂ ਨਾਲ ਦਿੱਤਾ ਜੇਲ੍ਹ ਬ੍ਰੇਕ ਨੂੰ ਅੰਜਾਮ। ਪਰ ਅਜੇ ਤੱਕ ਵੀ ਇਹ ਘਟਨਾ ਇੱਕ ਰਹੱਸ ਹੀ ਹੈ। ਜੇਲ੍ਹ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣ ਕੇ ਆਮ ਇਨਸਾਨ ਤਾਂ ਕੀ ਵੱਡੇ ਤੋਂ ਵੱਡੇ ਅਪਰਾਧੀ ਵੀ ਡਰਦੇ ਨੇ। ਇਸ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਜੇਲ੍ਹਾਂ ਹਨ ਜਿੱਥੇ ਜਾਣ ਕੇ ਵੱਡੇ ਤੋਂ ਵੱਡਾ ਅਪਰਾਧੀ ਵੀ ਇੱਕ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹਨਾਂ ਜੇਲ੍ਹਾਂ ਵਿੱਚੋਂ ਹੀ ਇੱਕ ਅਜਿਹੀ ਜੇਲ੍ਹ ਹੈ ਜਿੱਥੇ ਕਿਸੇ ਵੀ ਅਪਰਾਧੀ ਦਾ ਜਾਣਾ ਮੌਤ ਦੇ ਸਮਾਨ ਹੈ। क्यों है ये गल ਅਤੇ क्यों ਅੱਜ ਅਸੀਂ ਇਸੇ ਬਾਰੇ ਹੀ ਚਰਚਾ ਕਰਨੀ ਹੈ। ਆਓ ਤੁਹਾਨੂੰ ਇਸ ਦੇ ਬਾਰੇ ਵਿੱਚ ਦੱਸਦੇ ਹਾਂ। ਇਹ ਇੱਕ ਅਜਿਹਾ ਮਾਮਲਾ ਹੈ ਜੋ 5 ਦਹਾਕਿਆਂ ਬਾਅਦ ਵੀ ਰਹੱਸ ਹੀ ਬਣਿਆ ਹੋਇਆ। ਜਿਸ ਜੇਲ੍ਹ ਵਿੱਚੋਂ ਕੋਈ ਫਰਾਰ ਨਹੀਂ ਹੋ ਸਕਦਾ ਸੀ, ਉਸ ਜੇਲ੍ਹ ਵਿੱਚੋਂ 3 ਕੈਦੀ ਫਰਾਰ ਹੋ ਗਏ ਸਨ। ਇਹਨਾਂ ਤਿੰਨਾਂ ਦਾ ਫਿਰ ਕਦੇ ਪਤਾ ਨਹੀਂ ਲੱਗਿਆ ਅਤੇ ਜਾਂਚ ਤੋਂ ਬਾਅਦ ਤਿੰਨਾਂ ਨੂੰ ਮ੍ਰਿਤਕ ਮੰਨ ਲਿਆ ਗਿਆ। ਪਰ 50 ਸਾਲਾਂ ਬਾਅਦ ਆਈ ਇੱਕ ਚਿੱਠੀ ਨੇ ਹੰਗਾਮਾ ਮਚਾ ਦਿੱਤਾ। ਐਲਕਟਰਾਜ਼ ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਖਾੜੀ ਵਿਚਕਾਰ ਇੱਕ ਉਜਾੜ ਟਾਪੂ ਹੈ ਜਿਸ ਦੇ ਚਾਰੇ ਪਾਸੇ ਸਮੁੰਦਰ ਹੈ। ਇੱਥੇ 1934 ਵਿੱਚ ਇੱਕ ਬਣੀ ਗਈ ਜੇਲ੍ਹ ਐਲਕਟਰਾਜ਼ ਨੂੰ ਅਮਰੀਕਾ ਦੀ ਕਾਲੇ ਪਾਣੀ ਦੀ ਸਜ਼ਾ ਦੇਣ ਵਾਲੀ ਜੇਲ੍ਹ ਮੰਨਿਆ ਜਾਂਦਾ ਸੀ ਅਤੇ ਇੱਥੇ ਸਭ ਤੋਂ ਬੇਰਹਿਮ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਭੇਜਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਇਸ ਜੇਲ੍ਹ ਦੇ ਨਿਯਮ ਅਤੇ ਕਾਨੂੰਨ ਇੰਨੇ ਸਖਤ ਸਨ ਕਿ ਇੱਥੇ ਸਜ਼ਾ ਕੱਟਣ ਵਾਲੇ ਅਪਰਾਧੀ ਇੱਥੇ ਰਹਿਣ ਦੀ ਬਜਾਏ ਖੁਦਕੁਸ਼ੀ ਕਰ ਲੈਂਦੇ ਸਨ। ਪਰ ਸਾਲ 1963 ਵਿੱਚ ਹੀ ਇਸ ਜੇਲ੍ਹ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਸੀ। ਕਾਰਨ ਦੱਸਿਆ ਗਿਆ ਕਿ ਇਸ ਜੇਲ੍ਹ ਦੀ ਸਾਂਭ ਸੰਭਾਲ ਉੱਪਰ ਬਹੁਤ ਪੈਸੇ ਲੱਗ ਰਹੇ ਸਨ। ਬਾਅਦ ਵਿੱਚ ਜੇਲ੍ਹ ਨੂੰ ਮਿਊਜ਼ੀਅਮ ਦਾ ਰੂਪ ਦੇ ਦਿੱਤਾ ਗਿਆ ਜਿਸ ਦਾ ਨਾਮ ਦਾ ਰੌਕ ਰੱਖਿਆ ਗਿਆ। ਜਾਣਕਾਰੀ ਮੁਤਾਬਕ ਇਸ ਜੇਲ੍ਹ ਨੇ ਦੁਨੀਆ ਦੇ ਖਤਰਨਾਕ 36 ਕੈਦੀਆਂ ਨੂੰ ਹੀ ਰੱਖਿਆ ਸੀ, ਜਿਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਡੁੱਬ ਕੇ ਮਰ ਗਏ ਸਨ। ਪਰ ਇਹਨਾਂ ਵਿੱਚੋਂ 4 ਕੈਦੀ ਵੀ ਸਨ ਜਿਨ੍ਹਾਂ ਦਾ ਇਰਾਦਾ ਖਤਰਿਆਂ ਨਾਲ ਖੇਡਣ ਦਾ ਸੀ। ਉਹ ਸਨ ਜੌਨ ਐਂਗਲਿਨ, ਕਲੈਰੈਂਸ ਐਂਗਲਿਨ, ਜੋ ਕਿ ਦੋਵੇਂ ਭਰਾ ਸਨ, ਅਤੇ ਉਹਨਾਂ ਦੇ ਸਾਥੀ ਮੌਰਿਸ ਅਤੇ ਐਲਨ। ਦੱਸਿਆ ਜਾਂਦਾ ਹੈ ਕਿ ਇਹਨਾਂ ਚਾਰਾਂ ਦੇ ਕਮਰੇ ਬਿਲਕੁਲ ਨਜ਼ਦੀਕ ਸਨ। ਇਸੇ ਕਾਰਨ ਹੀ ਇਹਨਾਂ ਨੇ ਜੇਲ੍ਹ ਤੋਂ ਭੱਜਣ ਦੀ ਸਾਜ਼ਿਸ਼ ਰਚੀ। ਇਸ ਸਾਜ਼ਿਸ਼ ਨੂੰ ਸਫਲ ਬਣਾਉਣ ਲਈ ਹਿੰਮਤ ਦੀ ਲੋੜ ਸੀ, ਕਿਉਂਕਿ ਇਸ ਤੋਂ ਪਹਿਲਾਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਕੁਝ ਕੈਦੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮੌਰਿਸ, ਜੋ ਕਿ ਇੱਕ ਕੁਦਰਤੀ ਅਪਰਾਧੀ ਸੀ ਅਤੇ ਉਹ ਪਹਿਲਾਂ ਹੀ ਲੁਈਸਿਆਨਾ ਦੀ ਜੇਲ੍ਹ ਤੋਂ ਫਰਾਰ ਹੋ ਗਿਆ ਸੀ, ਉਹ ਕੁਝ ਸਮਾਂ ਇਸ ਜੇਲ੍ਹ ਯਾਨੀ ਕਿ ਐਲਕਟਰਾਜ਼ ਵਿੱਚ ਰਿਹਾ ਸੀ। ਇਸ ਲਈ ਉਹ ਇਸ ਜੇਲ੍ਹ ਦੀ ਬਣਤਰ ਤੋਂ ਚੰਗੀ ਤਰ੍ਹਾਂ ਜਾਣੂ ਸੀ ਅਤੇ ਇਸੇ ਲਈ ਉਸਨੇ ਬਾਕੀ ਤਿੰਨਾਂ ਨਾਲ ਭੱਜਣ ਦੀ ਸਾਜ਼ਿਸ਼ ਦਾ ਮਾਸਟਰ ਪਲਾਨ ਤਿਆਰ ਕੀਤਾ। ਅਸਲ ਵਿੱਚ ਮੌਰਿਸ ਨੂੰ ਇਸ ਜੇਲ੍ਹ ਵਿੱਚੋਂ ਭੱਜਣ ਲਈ ਮਦਦ ਦੀ ਲੋੜ ਸੀ, ਕਿਉਂਕਿ ਉਹ ਇਕੱਲਾ ਭੱਜਣ ਦੀ ਯੋਜਨਾ ਨਹੀਂ ਬਣਾ ਸਕਦਾ ਸੀ। ਫਿਰ ਉਸਨੇ ਐਂਗਲਿਨ ਭਰਾਵਾਂ ਨੂੰ ਆਪਣਾ ਸਾਥੀ ਬਣਾਇਆ, ਜਿਨ੍ਹਾਂ ਨੇ ਛੋਟੀ ਉਮਰ ਤੋਂ ਹੀ ਬੈਂਕ ਡਕੈਤੀ ਅਤੇ ਲੁੱਟ-ਖੋਹ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। ਇਹ ਦੋਵੇਂ ਭਰਾ ਐਟਲਾਂਟਾ ਜੇਲ੍ਹ ਤੋਂ ਕਈ ਵਾਰ ਭੱਜਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਸਨ ਅਤੇ ਉਹ ਬਚਪਨ ਤੋਂ ਹੀ ਚੰਗੇ ਤੈਰਾਕ ਵੀ ਸਨ। ਐਲਨ ਨੂੰ ਵੀ ਇਸ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਕਿਉਂਕਿ ਉਸਨੇ ਵੀ ਆਜ਼ਾਦ ਹੋਣਾ ਸੀ, ਪਰ ਉਸ ਕੋਲ ਇੰਨੀ ਹਿੰਮਤ, ਹੁਨਰ ਅਤੇ ਤਜਰਬਾ ਨਹੀਂ ਸੀ। ਕਿਉਂਕਿ ਐਲਨ ਦਾ ਸੈੱਲ ਨਜ਼ਦੀਕ ਸੀ, ਮੌਰਿਸ ਨੇ ਇਸ ਨੂੰ ਆਪਣੇ ਨਾਲ ਲਿਜਾਣਾ ਉਚਿਤ ਸਮਝਿਆ, ਨਹੀਂ ਤਾਂ ਉਹ ਉਹਨਾਂ ਲਈ ਖਤਰਾ ਸਾਬਤ ਹੋ ਸਕਦਾ ਸੀ। ਸੋ ਹੁਣ ਚਾਰਾਂ ਨੇ ਮਿਲ ਕੇ ਸਾਰੀ ਯੋਜਨਾ ਤਿਆਰ ਕਰ ਲਈ ਅਤੇ ਭੱਜਣ ਦੀ ਯੋਜਨਾ ਤੇ ਕੰਮ ਸ਼ੁਰੂ ਹੋ ਗਿਆ। ਐਲਕਟਰਾਜ਼ ਵਿੱਚ ਕੈਦੀਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ, ਜਿੱਥੇ ਉਹ ਕੱਪੜੇ, ਜੁੱਤੀਆਂ ਅਤੇ ਫਰਨੀਚਰ ਬਣਾਉਣ ਵਰਗੇ ਕਈ ਕੰਮ ਕਰਦੇ ਸਨ। ਉਹ ਟਾਪੂ ਜਿੱਥੇ ਐਲਕਟਰਾਜ਼ ਜੇਲ੍ਹ ਬਣਾਈ ਗਈ ਸੀ, ਉਹ ਕੁਦਰਤੀ ਤੌਰ ਉੱਤੇ ਖਣਿਜਾਂ ਦੀ ਖਾਨ ਸੀ। ਇਹਨਾਂ ਖਣਿਜਾਂ ਵਿੱਚ ਕੈਦੀਆਂ ਨੂੰ ਕੰਮ ਕਰਨ ਲਈ ਵੀ ਲਿਜਾਇਆ ਜਾਂਦਾ ਸੀ। ਇਸ ਕੰਮ ਲਈ ਜੇਲ੍ਹ ਤੋਂ ਬਾਹਰ ਜਾਣਾ ਹੀ ਇੱਕ ਮੌਕਾ ਸੀ ਜਿੱਥੇ ਇਹਨਾਂ ਚਾਰਾਂ ਨੇ ਲੋੜਾਂ ਦੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਸਨ, ਪਰ ਨਾਲ ਹੀ ਗਾਰਡਾਂ ਤੋਂ ਬਚ ਕੇ ਵੀ ਨਿਕਲਣਾ ਸੀ, ਕਿਉਂਕਿ ਇੱਥੇ ਕਿਸੇ ਵੀ ਕੈਦੀ ਦੇ ਸ਼ੱਕੀ ਵਿਵਹਾਰ ਲਈ ਗਾਰਡ ਨੂੰ ਗੋਲੀ ਮਾਰਨ ਦੇ ਆਦੇਸ਼ ਸਨ। ਇਸ ਲਈ ਇਹ ਕੰਮ ਬਹੁਤ ਜੋਖਿਮ ਭਰਪੂਰ ਸੀ। ਸਾਲ 1962 ਵਿੱਚ ਜਦੋਂ ਮੌਰਿਸ, ਐਂਗਲਿਨ ਭਰਾ ਅਤੇ ਐਲਨ ਇਹ ਯੋਜਨਾ ਬਣਾ ਰਹੇ ਸਨ, ਇਸ ਟਾਪੂ ਤੇ ਇਸ ਜੇਲ੍ਹ ਦੇ ਲੋਕਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਸਿਰਫ 2-3 ਕਿਲੋਮੀਟਰ ਦਾ ਪਥਰੀਲਾ ਇਲਾਕਾ ਅਤੇ ਉਸ ਤੋਂ ਬਾਅਦ ਹਰ ਪਾਸੇ ਸਮੁੰਦਰ। ਇੱਥੋਂ ਭੱਜਣ ਦੀ ਕੋਸ਼ਿਸ਼ ਕਰਨ ਦਾ ਮਤਲਬ ਜਾਨ ਦਾ ਖਤਰਾ ਉਠਾਉਣਾ ਸੀ। ਜੇ ਕੋਈ ਚਾਲ ਨਾਕਾਮ ਹੋ ਜਾਂਦੀ ਤਾਂ ਚਾਰੇ ਜਾਣਦੇ ਸਨ ਕਿ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾ ਸਕਦੀ ਸੀ। ਇਸ ਲਈ ਇੱਕ ਫੂਲ ਪ੍ਰੂਫ ਯੋਜਨਾ ਨੂੰ ਸਾਵਧਾਨੀ ਨਾਲ ਲਾਗੂ ਕੀਤਾ ਜਾਣਾ ਜ਼ਰੂਰੀ ਸੀ।
ਐਂਗਲਿਨ ਭਰਾਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਮਾਸਕ ਅਤੇ ਪੁਤਲੇ ਬਣਾਉਣ ਦਾ ਕੰਮ ਲਿਆ। ਇਹ ਮਾਸਕ ਅਤੇ ਪੁਤਲੇ ਦੋਵੇਂ ਭਰਾਵਾਂ ਨੇ ਬਹੁਤ ਹੁਨਰ ਅਤੇ ਕਾਰੀਗਰੀ ਨਾਲ ਤਿਆਰ ਕੀਤੇ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਬਾਅਦ ਵਿੱਚ ਫੜੇ ਨਾ ਜਾਣ। ਇਸ ਦੇ ਲਈ ਉਹਨਾਂ ਨੇ ਕੈਦੀਆਂ ਦੇ ਜੇਲ੍ਹ ਵਿੱਚ ਰੋਜ਼ਾਨਾ ਕੱਟੇ ਜਾਣ ਵਾਲੇ ਵਾਲਾਂ ਦੇ ਟੁਕੜੇ ਇਕੱਠੇ ਕੀਤੇ। ਕਾਗਜ਼ ਅਤੇ ਕੁਝ ਲੱਕੜੀ ਦੀ ਮਦਦ ਨਾਲ ਪੁਤਲੇ ਇਸ ਤਰ੍ਹਾਂ ਬਣਾਏ ਕਿ ਉਹ ਦੂਰੋਂ ਅਸਲੀ ਇਨਸਾਨਾਂ ਵਾਂਗ ਦਿਖਾਈ ਦਿੰਦੇ ਸਨ। ਮੌਰਿਸ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਖਰਾਬ ਆਰਕਾਡੀਅਨ ਸੰਗੀਤਿਕ ਯੰਤਰ ਨੂੰ ਠੀਕ ਕਰਨ ਲਈ ਆਪਣੇ ਨਾਲ ਰੱਖਣ ਦੀ ਇਜਾਜ਼ਤ ਲੈ ਲਈ ਅਤੇ ਨਾਲ ਹੀ ਇਹਨਾਂ ਨੇ ਮਿਲ ਕੇ ਰੇਨਕੋਟ ਚੋਰੀ ਕਰਨ ਦਾ ਕੰਮ ਵੀ ਕੀਤਾ। ਇਹਨਾਂ ਰੇਨਕੋਟ ਅਤੇ ਉਸ ਆਰਕਾਡੀਅਨ ਦੀ ਮਦਦ ਨਾਲ ਮੌਰਿਸ ਨੇ ਇੱਕ ਅਜਿਹੀ ਕਸ਼ਤੀ ਬਣਾਉਣ ਦਾ ਕੰਮ ਕੀਤਾ ਜੋ ਹਵਾ ਦੀ ਮਦਦ ਨਾਲ ਪਾਣੀ ਵਿੱਚ ਤੈਰ ਸਕੇ। ਐਲਨ ਦਾ ਕੰਮ ਬਾਕੀ ਤਿੰਨਾਂ ਦੀ ਮਦਦ ਲਈ ਸਮਾਨ ਇਕੱਠਾ ਕਰਨਾ ਸੀ। ਇਸ ਦੇ ਨਾਲ ਹੀ ਜੇਲ੍ਹ ਵਿੱਚੋਂ ਚਮਚ ਅਤੇ ਮੱਖਣ ਦੇ ਚਾਕੂ ਵਰਗੇ ਭਾਂਡੇ ਵੀ ਚੋਰੀ ਕੀਤੇ ਗਏ ਜੋ ਬਾਅਦ ਵਿੱਚ ਦੀਵਾਰ ਨੂੰ ਖੁਰਚਣ ਦੇ ਲਈ ਵਰਤੇ ਗਏ ਸਨ। ਦੱਸਿਆ ਜਾਂਦਾ ਹੈ ਕਿ ਸਮੁੰਦਰ ਦਾ ਖਾਰਾ ਪਾਣੀ ਜੇਲ੍ਹ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਰਾਹੀਂ ਪੈਂਦਾ ਸੀ। ਇਹ ਪਾਈਪਾਂ ਹਰ ਬੈਰਕ ਦੀਆਂ ਕੰਧਾਂ ਵਿੱਚੋਂ ਦੀ ਲੰਘਦੀਆਂ ਸਨ ਜਿਸ ਕਰਕੇ ਕੰਧਾਂ ਦਾ ਕੁਝ ਹਿੱਸਾ ਖਾਰੇ ਪਾਣੀ ਕਾਰਨ ਕਮਜ਼ੋਰ ਹੋ ਗਿਆ ਸੀ। ਮੌਰਿਸ ਜੇਲ੍ਹ ਦੇ ਇਹਨਾਂ ਵੇਰਵਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਉਸਨੇ ਬਾਕੀ ਤਿੰਨਾਂ ਨੂੰ ਪਾਈਪਾਂ ਦੇ ਪਾਸਿਓਂ ਆਪਣੀ ਕੋਠੜੀ ਵਿੱਚ ਇੱਕ ਸੁਰਾਖ ਕਰਨ ਲਈ ਕਿਹਾ ਜੋ ਕਿ ਜੇਲ੍ਹ ਤੋਂ ਸਿੱਧਾ ਬਾਹਰ ਜਾਣ ਦਾ ਰਸਤਾ ਸੀ। ਇਹ ਚਾਰੇ ਨਿੱਕੇ-ਨਿੱਕੇ ਚਮਚਿਆਂ ਵਰਗੇ ਭਾਂਡਿਆਂ ਨਾਲ ਬਹੁਤ ਮੋਟੀ ਕੰਧ ਨੂੰ ਤੋੜ ਕੇ ਸ਼ੇਕ ਬਣਾ ਕੇ ਹਰ ਰੋਜ਼ 3-4 ਘੰਟੇ ਕੰਮ ਕਰਦੇ ਰਹੇ। ਇਸ ਕੰਮ ਦੇ ਦੌਰਾਨ ਮੌਰਿਸ ਉੱਚੀ ਆਵਾਜ਼ ਵਿੱਚ ਆਰਕਾਡੀਅਨ ਵਜਾਉਂਦਾ ਸੀ ਤਾਂ ਜੋ ਕੰਧਾਂ ਨੂੰ ਤੋੜਨ ਦੀ ਆਵਾਜ਼ ਪੁਲਿਸ ਕਰਮਚਾਰੀਆਂ ਤੱਕ ਨਾ ਪਹੁੰਚ ਸਕੇ। ਹਰ ਸੁਰਾਖ ਨੂੰ ਇੰਨਾ ਵੱਡਾ ਕਰਨਾ ਸੀ ਕਿ ਪੂਰਾ ਆਦਮੀ ਇਸ ਵਿੱਚੋਂ ਬਾਹਰ ਆ ਸਕੇ। ਮੌਰਿਸ ਨੂੰ ਪਤਾ ਸੀ ਕਿ ਇਹਨਾਂ ਬੈਰਕਾਂ ਦੇ ਪਿੱਛੇ ਇੱਕ ਜੰਗਲ ਜਿਮ ਹੈ ਅਤੇ ਉਹ ਇਹਨਾਂ ਸ਼ੇਕਾਂ ਵਿੱਚੋਂ ਲੰਘ ਕੇ ਜਿਮ ਦੀ ਛੱਤ ਤੱਕ ਜਾ ਸਕਦਾ ਹੈ ਅਤੇ ਜਿੱਥੋਂ ਉਹ ਆਸਾਨੀ ਨਾਲ ਬਚ ਸਕਦੇ ਹਨ। ਮਈ 1962 ਵਿੱਚ ਐਂਗਲਿਨ ਭਰਾਵਾਂ ਅਤੇ ਮੌਰਿਸ ਦੀਆਂ ਬੈਰਕਾਂ ਵਿੱਚ ਸ਼ੇਕ ਕੀਤੇ ਗਏ। ਇਹਨਾਂ ਸ਼ੇਕਾਂ ਦੀ ਮਦਦ ਨਾਲ ਮੌਰਿਸ ਅਤੇ ਐਂਗਲਿਨ ਭਰਾਵਾਂ ਵਿੱਚੋਂ ਇੱਕ ਜੰਗਲ ਜਿਮ ਦੀ ਛੱਤ ਤੇ ਜਾਂਦੇ ਸਨ ਅਤੇ ਰੇਨਕੋਟ ਅਤੇ ਆਰਕਾਡੀਅਨ ਦੀ ਮਦਦ ਨਾਲ ਇੱਕ ਵਿਸ਼ੇਸ਼ ਕਿਸ਼ਤੀ ਤਿਆਰ ਕਰਦੇ। ਇਸ ਦੌਰਾਨ ਬਾਕੀ ਦੇ ਦੋ ਦਾ ਕੰਮ ਗਾਰਡਾਂ ਤੇ ਨਜ਼ਰ ਰੱਖਣਾ ਸੀ ਅਤੇ ਮਨੁੱਖੀ ਦਿੱਖ ਵਾਲੇ ਪੁਤਲਿਆਂ ਨੂੰ ਅਲਮਾਰੀ ਨਾਲ ਇਸ ਤਰੀਕੇ ਨਾਲ ਰੱਖਣਾ ਸੀ ਕਿ ਗਾਰਡਾਂ ਨੂੰ ਉਹਨਾਂ ਤੇ ਸ਼ੱਕ ਨਾ ਹੋਵੇ। ਅੰਤ ਜੂਨ 1962 ਦੀ ਰਾਤ ਆਈ ਜਦੋਂ ਚਾਰਾਂ ਨੂੰ ਭੱਜਣਾ ਪਿਆ। ਚਾਰਾਂ ਨੂੰ ਉਸ ਰਾਤ ਕੁਝ ਦੇਰ ਲਈ ਬਿਜਲੀ ਦਾ ਕੱਟ ਲੱਗਣ ਦਾ ਫਾਇਦਾ ਵੀ ਮਿਲਿਆ, ਪਰ ਇਸ ਦੇ ਬਾਵਜੂਦ ਕੱਟ ਲੱਗਣ ਕਾਰਨ ਚਾਰਾਂ ਦੇ ਸਾਹ ਰੁਕ ਗਏ। ਚਾਰਾਂ ਨੇ ਆਪਣੇ ਸੈੱਲਾਂ ਦੇ ਛੇਕਾਂ ਵਿੱਚੋਂ ਬਾਹਰ ਨਿਕਲਣਾ ਸੀ, ਪਰ ਐਲਨ ਆਪਣੇ ਸੈੱਲ ਦੇ ਸੁਰਾਖ ਵਿੱਚ ਫਸ ਗਿਆ ਕਿਉਂਕਿ ਉਹ ਸੁਰਾਖ ਦਾ ਆਕਾਰ ਉਸ ਦੇ ਮੁਕਾਬਲੇ ਛੋਟਾ ਸੀ। ਐਲਨ ਅਤੇ ਉਸ ਦੇ ਸਾਥੀਆਂ ਦੀ ਮਦਦ ਕਰਨ ਦੇ ਬਾਵਜੂਦ ਵੀ ਉਹ ਐਲਨ ਨੂੰ ਉਸ ਸੁਰਾਖ ਵਿੱਚੋਂ ਬਾਹਰ ਨਹੀਂ ਕੱਢ ਪਾਏ। ਫਿਰ ਉਹ ਤਿੰਨੇ ਐਲਨ ਨੂੰ ਛੱਡ ਕੇ ਅੱਗੇ ਚਲੇ ਗਏ ਕਿਉਂਕਿ ਤਿੰਨੇ ਜਾਣਦੇ ਸਨ ਕਿ ਜੋ ਕਿਸ਼ਤੀ ਬਣਾਈ ਗਈ ਸੀ ਉਸ ਉੱਪਰ ਜਿੰਨਾ ਭਾਰ ਘੱਟ ਹੋਵੇਗਾ ਉਹ ਉਨਾ ਲੰਬਾ ਚੱਲੇਗੀ। ਉਧਰ ਸੁਰਾਖ ਵਿੱਚ ਫਸੇ ਐਲਨ ਨੇ ਇੱਕ ਵਾਰ ਸੋਚਿਆ ਕਿ ਉਸ ਨੂੰ ਚੀਕਣਾ ਚਾਹੀਦਾ ਹੈ ਅਤੇ ਗਾਰਡਾਂ ਨੂੰ ਬੁਲਾ ਲੈਣਾ ਚਾਹੀਦਾ ਹੈ ਅਤੇ ਤਿੰਨਾਂ ਨੂੰ ਭੱਜਣ ਤੋਂ ਰੋਕਣਾ ਚਾਹੀਦਾ ਹੈ, ਪਰ ਫਿਰ ਉਸ ਨੇ ਆਪਣਾ ਮਨ ਬਦਲ ਲਿਆ। ਰਾਤ ਸਮੇਂ ਤਿੰਨੋਂ ਜੇਲ੍ਹ ਵਿੱਚੋਂ ਫਰਾਰ ਹੋ ਗਏ ਅਤੇ ਗਾਰਡਾਂ ਤੋਂ ਨਜ਼ਰ ਚੁਰਾਉਣ ਤੋਂ ਬਾਅਦ ਰਾਤ ਕਰੀਬ 11:30 ਵਜੇ ਉਹਨਾਂ ਵੱਲੋਂ ਬਣਾਈ ਕਿਸ਼ਤੀ ਵਿੱਚ ਬੈਠ ਕੇ ਉਹ ਸਮੁੰਦਰ ਵਿੱਚ ਉਤਰ ਗਏ। ਦੂਜੇ ਪਾਸੇ ਸਵੇਰ ਤੱਕ ਕਿਸੇ ਵੀ ਜੇਲ੍ਹ ਗਾਰਡ ਜਾਂ ਅਧਿਕਾਰੀ ਨੂੰ ਇਸ ਬਾਰੇ ਪਤਾ ਨਹੀਂ ਲੱਗਾ ਅਤੇ ਸਵੇਰੇ ਜਦੋਂ ਇੱਕ ਗਾਰਡ ਨੇ ਐਲਨ ਨੂੰ ਇੱਕ ਸੁਰਾਖ ਵਿੱਚ ਫਸਿਆ ਅਤੇ ਲੜਦੇ ਹੋਏ ਵੇਖਿਆ ਤਾਂ ਉਸਨੇ ਸਾਇਰਨ ਵਜਾ ਕੇ ਸਾਰਿਆਂ ਨੂੰ ਸੁਚੇਤ ਕੀਤਾ। ਫਿਰ ਕਿਸੇ ਤਰ੍ਹਾਂ ਐਲਨ ਨੂੰ ਉਸ ਮੋਰੀ ਤੋਂ ਬਾਹਰ ਕੱਢਿਆ ਗਿਆ ਅਤੇ ਇਸ ਤੋਂ ਬਾਅਦ ਐਲਨ ਨੇ ਜੇਲ੍ਹ ਪ੍ਰਸ਼ਾਸਨ ਦੀ ਮਦਦ ਕਰਦੇ ਹੋਏ ਸਾਰੀ ਕਹਾਣੀ ਸੁਣਾਈ, ਜਿਸ ਤੋਂ ਤੁਰੰਤ ਬਾਅਦ ਫਰਾਰ ਹੋਏ ਤਿੰਨੋਂ ਕੈਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪਰ ਜੇਲ੍ਹ ਦੇ ਆਲੇ-ਦੁਆਲੇ ਅਤੇ ਸਮੁੰਦਰ ਵਿੱਚ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ। ਜੇਲ੍ਹ ਅਧਿਕਾਰੀ ਵੀ ਹੈਰਾਨ ਸਨ ਕਿ ਸਮੁੰਦਰ ਦੇ ਅਤੀ ਠੰਡੇ ਪਾਣੀ ਵਿੱਚ ਕੋਈ ਵੀ 20 ਮਿੰਟ ਤੋਂ ਜ਼ਿਆਦਾ ਨਹੀਂ ਤੈਰ ਸਕਦਾ। ਅਧਿਕਾਰੀ ਇਹ ਵੀ ਮੰਨ ਰਹੇ ਸਨ ਕਿ ਤਿੰਨਾਂ ਨੇ ਜੋ ਕਿਸ਼ਤੀ ਬਣਾਈ ਸੀ ਉਹ ਜ਼ਿਆਦਾ ਦੇਰ ਤੱਕ ਸਮੁੰਦਰ ਵਿੱਚ ਨਹੀਂ ਤੈਰ ਸਕਦੀ ਸੀ। ਕਾਫੀ ਦੇਰ ਤੱਕ ਖੋਜ ਚੱਲਦੀ ਰਹੀ ਪਰ ਪਾਣੀ ਜਾਂ ਟਾਪੂ ਦੇ ਕਿਨਾਰੇ ਕਿਧਰੇ ਵੀ ਕੋਈ ਸੁਰਾਗ ਨਹੀਂ ਮਿਲਿਆ। ਫਿਰ ਨਾਰਵੇ ਦੇ ਇੱਕ ਜਹਾਜ਼ ਨੇ ਲੰਘਦੀ ਖਾੜੀ ਵਿੱਚ ਇੱਕ ਲਾਸ਼ ਦੇਖੀ ਅਤੇ ਐਲਕਟਰਾਜ਼ ਜੇਲ੍ਹ ਨੂੰ ਸੂਚਿਤ ਕੀਤਾ ਕਿਉਂਕਿ ਇਹ ਲਾਸ਼ ਜੇਲ੍ਹ ਦੇ ਕੱਪੜਿਆਂ ਵਿੱਚ ਸੀ, ਪਰ ਜਹਾਜ਼ ਰੋਕ ਕੇ ਇਸ ਲਾਸ਼ ਦੀ ਸ਼ਨਾਖਤ ਕਰਨੀ ਅਸੰਭਵ ਸੀ। ਇਸ ਲਈ ਇਹ ਲਾਸ਼ ਕਿਸ ਦੀ ਸੀ, ਇਹ ਸਵਾਲ ਬਣਿਆ ਰਿਹਾ। ਬਾਅਦ ਵਿੱਚ ਮਾਮਲਾ FBI ਕੋਲ ਗਿਆ। ਸਾਲਾਂ ਤੱਕ ਜਾਂਚ ਚੱਲਦੀ ਰਹੀ ਕਿ ਇੰਨੀ ਵੱਡੀ ਸਾਜ਼ਿਸ਼ ਕਿਸੇ ਜੇਲ੍ਹ ਦੇ ਬੰਦੇ ਦੀ ਮਦਦ ਤੋਂ ਬਿਨਾਂ ਕਿਵੇਂ ਸੰਭਵ ਹੋ ਸਕਦੀ ਹੈ। ਜੇ ਤਿੰਨੇ ਕੈਦੀ ਭੱਜ ਗਏ ਤਾਂ ਸਮੁੰਦਰ ਵਿੱਚੋਂ ਕਿਵੇਂ ਬਚੇ ਅਤੇ ਜੇਲ੍ਹ ਪ੍ਰਸ਼ਾਸਨ ਉਸ ਵੇਲੇ ਕਿੱਥੇ ਸੀ।
ਇਹ ਕੁਝ ਸਵਾਲ ਸਨ ਜੋ ਹਮੇਸ਼ਾ FBI ਦੇ ਸਾਹਮਣੇ ਖੜੇ ਰਹਿੰਦੇ ਹਨ। ਹਾਲਾਂਕਿ 15 ਸਾਲ ਤੱਕ ਲੰਬੀ ਜਾਂਚ ਤੋਂ ਬਾਅਦ FBI ਨੇ ਇਹ ਕੇਸ 70 ਦੇ ਦਹਾਕੇ ਵਿੱਚ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਤਿੰਨੋਂ ਕੈਦੀਆਂ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਸਾਲਾਂ ਤੱਕ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲੇ ਅਤੇ ਲੋਕਾਂ ਨੇ FBI ਦੇ ਸਿੱਟੇ ਨੂੰ ਸਹੀ ਮੰਨ ਲਿਆ ਕਿ ਤਿੰਨੋਂ ਮਰ ਚੁੱਕੇ ਸਨ। ਪਰ 2015 ਵਿੱਚ ਇੱਕ ਡਾਕੂਮੈਂਟਰੀ ਸਾਹਮਣੇ ਆਈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਤਿੰਨੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ ਅਤੇ ਤਿੰਨਾਂ ਨੇ ਆਪਣੀ ਪੂਰੀ ਜ਼ਿੰਦਗੀ ਬਤੀਤ ਕੀਤੀ ਸੀ। ਇਸ ਦਾਅਵੇ ਤੋਂ ਬਾਅਦ FBI ਦੇ ਨਾਲ ਕਈ ਵਿਭਾਗਾਂ ਵਿੱਚ ਹੰਗਾਮਾ ਹੋ ਗਿਆ ਸੀ। ਦਰਅਸਲ ਇੱਕ ਡਾਕੂਮੈਂਟਰੀ ਵਿੱਚ ਐਲਕਟਰਾਜ਼ ਜੇਲ੍ਹ ਵਿੱਚੋਂ ਫਰਾਰ ਹੋਏ ਦੋ ਐਂਗਲਿਨ ਭਰਾਵਾਂ ਵਿੱਚੋਂ ਤੀਸਰੇ ਭਰਾ ਰੌਬਰਟ ਨੇ 2013 ਵਿੱਚ ਆਪਣੀ ਮੌਤ ਦੇ ਸਮੇਂ ਸੱਚੇ ਬਿਆਨ ਦਿੱਤੇ ਸਨ, ਜਿਸ ਵਿੱਚ ਉਸਨੇ ਖੁਲਾਸਾ ਕੀਤਾ ਸੀ ਕਿ ਉਸਦੇ ਦੋਵੇਂ ਭਰਾ ਜ਼ਿੰਦਾ ਸਨ ਅਤੇ ਉਹ ਸਾਲਾਂ ਤੋਂ ਉਹਨਾਂ ਦੇ ਸੰਪਰਕ ਵਿੱਚ ਰਿਹਾ। ਪਰ ਕੀ ਰੌਬਰਟ ਦਾ ਬਿਆਨ ਇਹ ਮੰਨਣ ਦਾ ਇੱਕੋ ਇੱਕ ਸਬੂਤ ਸੀ ਕਿ ਉਹ ਤਿੰਨੋਂ ਜ਼ਿੰਦਾ ਸਨ? ਇਸ ਦੌਰਾਨ ਜਦੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਖਬਰਾਂ ਉੱਡਣ ਲੱਗੀਆਂ ਤਾਂ ਇੱਕ ਚਿੱਠੀ ਸਾਹਮਣੇ ਆਈ ਜੋ ਜੇਲ੍ਹ ਤੋਂ ਫਰਾਰ ਹੋਏ ਜੌਨ ਐਂਗਲਿਨ ਨੇ ਆਪਣੇ ਭਰਾ ਰੌਬਰਟ ਨੂੰ ਲਿਖੀ ਸੀ। ਇਸ ਚਿੱਠੀ ਵਿੱਚ ਜੌਨ ਨੇ ਕੁਝ ਜਾਣਕਾਰੀ ਦਿੱਤੀ, ਜਿਵੇਂ ਕਿ ਉਹ ਤਿੰਨੋਂ 1962 ਵਿੱਚ ਐਲਕਟਰਾਜ਼ ਜੇਲ੍ਹ ਤੋਂ ਫਰਾਰ ਹੋ ਗਏ ਸਨ। ਉਹ ਤਿੰਨੋਂ ਸਮੇਂ-ਸਮੇਂ ਤੇ ਇੱਕ ਦੂਸਰੇ ਦੀਆਂ ਖਬਰਾਂ ਲੈਂਦੇ ਰਹੇ ਸਨ। ਜੌਨ ਨੇ ਦੱਸਿਆ ਕਿ ਮੌਰਿਸ ਦੀ ਮੌਤ 2008 ਵਿੱਚ ਅਤੇ ਉਸਦੇ ਭਰਾ ਕਲੈਰੈਂਸ ਦੀ 2011 ਵਿੱਚ ਹੋਈ ਸੀ। ਜੌਨ ਨੇ ਇਹ ਵੀ ਲਿਖਿਆ ਕਿ ਚਿੱਠੀ ਲਿਖਦੇ ਸਮੇਂ ਉਹ ਉੱਤਰੀ ਡਕੋਤਾ ਦੇ ਮਿਨੋਟ ਇਲਾਕੇ ਵਿੱਚ ਰਹਿੰਦੇ ਹੋਏ 83 ਸਾਲ ਦੀ ਉਮਰ ਵਿੱਚ ਕੈਂਸਰ ਦੇ ਨਾਲ ਜੂਝ ਰਿਹਾ ਹੈ। ਇਸ ਖੁਲਾਸੇ ਤੋਂ ਬਾਅਦ ਜਾਂਚ ਸ਼ੁਰੂ ਹੋਈ। ਫਿੰਗਰਪ੍ਰਿੰਟ, ਹੱਥ ਲਿਖਤ ਅਤੇ ਮਿਨੋਟ ਦੁਆਰਾ ਜੌਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਲੰਬੀ ਜਾਂਚ ਤੋਂ ਬਾਅਦ ਕਿਹਾ ਗਿਆ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜੋ ਸਾਬਿਤ ਕਰ ਸਕੇ ਕਿ ਜੌਨ ਨੇ ਇਹ ਚਿੱਠੀ ਲਿਖੀ ਸੀ। तमाम ਜਾਂਚ ਪੜਤਾਲ ਦੇ ਬਾਵਜੂਦ ਅੱਜ ਤੱਕ ਇਹ ਮਾਮਲਾ ਅਣਸੁਲਝਿਆ ਹੋਇਆ ਰਹੱਸ ਬਣਿਆ ਹੋਇਆ। ਸੱਚ ਕੀ ਸੀ ਅਤੇ ਕੀ ਹੈ ਇਹ ਕੋਈ ਨਹੀਂ ਜਾਣਦਾ, ਪਰ ਇਸ ਦੇ ਬਾਵਜੂਦ ਅਜੇ ਵੀ ਇੱਕ ਸਵਾਲ ਹੈ ਜਿਸ ਦਾ ਜਵਾਬ ਕੋਈ ਨਹੀਂ ਜਾਣਦਾ। ਸਵਾਲ ਇਹ ਹੈ ਕਿ ਜੇ ਜੌਨ ਨੇ ਉਹ ਚਿੱਠੀ ਨਹੀਂ ਲਿਖੀ ਤਾਂ ਇਹ ਚਿੱਠੀ ਕਿਸ ਨੇ ਅਤੇ ਕਿਉਂ ਲਿਖੀ ਅਤੇ ਉਸ ਚਿੱਠੀ ਲੇਖਕ ਨੇ ਚਿੱਠੀ ਦੇ ਵਿੱਚ ਇੰਨੀ ਜਾਣਕਾਰੀ ਕਿਵੇਂ ਦਿੱਤੀ। ਇਸ ਨੂੰ ਮਜ਼ਾਕ ਜਾਂ ਝੂਠਾ ਮੰਨਿਆ ਜਾ ਸਕਦਾ ਹੈ, ਪਰ ਇਸ ਮਾਮਲੇ ਵਿੱਚ ਮੌਰਿਸ, ਜੌਨ, ਕਲੈਰੈਂਸ ਦੇ ਜੇਲ੍ਹ ਤੋਂ ਭੱਜਣ ਤੋਂ ਬਾਅਦ ਅਗਲੇ 50 ਸਾਲ ਤੱਕ ਅਮਰੀਕਾ ਵਰਗੇ ਦੇਸ਼ ਦੀ ਪ੍ਰਣਾਲੀ ਅਤੇ ਵਕਾਰ ਦਾ ਕੋਈ ਵੀ ਸਰੋਤ ਉਹਨਾਂ ਨਾਲ ਸੰਬੰਧਿਤ ਨਹੀਂ ਹੈ। ਸੋ ਦੋਸਤੋ, ਇਹ ਸੀ ਕਹਾਣੀ ਅਲਕਟਰਾਜ਼ ਜੇਲ੍ਹ ਜਿੱਥੋਂ ਕੋਈ ਨਹੀਂ ਭੱਜ ਸਕਦਾ ਲੇਕਿਨ ਉੱਥੋਂ 3 ਕੈਦੀਆਂ ਦੇ ਭੱਜਣ ਦੀ। ਸੋ ਇਸ ਕਹਾਣੀ ਦੇ ਵਿੱਚ ਕਿੰਨੀ ਸੱਚਾਈ ਹੈ, ਕੀ ਇਸ ਦੇ ਪਿੱਛੇ ਦੀ ਅਸਲੀਅਤ ਹੈ, ਉਹ ਬੀਤੇ 50 ਸਾਲ ਦੇ ਵੱਧ ਸਮੇਂ ਤੋਂ ਵੀ ਕੋਈ ਨਹੀਂ ਜਾਣ ਸਕਿਆ। ਸੋ ਦੋਸਤੋ, ਤੁਹਾਨੂੰ ਇਹ ਕਹਾਣੀ ਜਾਣ ਕੇ ਕੀ ਲੱਗਦਾ ਹੈ ਕਿ ਉਹ ਤਿੰਨੇ ਜੇਲ੍ਹ ਤੋੜਨ ਦੇ ਵਿੱਚ ਸਫਲ ਹੋਏ ਸਨ ਜਾਂ ਨਹੀਂ? ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ।